ਜਿਸ ਦੇ ਪਿਤਾ ਦੀ ਲਾਸ਼ ਉਸ ਦੇ ਸਾਹਮਣੇ ਹੋਵੇ ਤੇ ਉਸਨੇ ਚਿੱਟਾ ਪੀਤਾ ਹੋਵੇ, ਨਸ਼ਾ ਕੀਤਾ ਹੋਵੇ ਤੇ ਉਹ ਬੇਹੋਸ਼ ਦੀ ਹਾਲਤ ਦੇ ਵਿੱਚ ਉਸ ਲਾਸ਼ ਨੂੰ ਦੇਖਦਾ ਹੋਵੇ। ਮੈਂ ਉਹਦੇ ਫਾਦਰ ਸਾਹਿਬ ਦੀ ਮੈਨੂੰ ਲਾਸਟ ਟਾਈਮ ਦੀ ਸ਼ਕਲ ਨਹੀਂ ਯਾਦ ਕਿ ਉਹ ਲਾਸਟ ਟਾਈਮ ਕਿੱਦਾਂ ਦੇ ਸੀਗੇ। ਮਾਂ ਨੇ ਹੱਥ ਦੇ ਵਿੱਚ ਵਾਲੀਆਂ ਫੜਾਉਂਦੇ ਹੋਏ ਤੁਹਾਨੂੰ ਕਿਹਾ ਕਿ ਇਸ ਤੋਂ ਬਾਅਦ ਤੇਰਾ ਮੂੰਹ ਨਾ ਦੇਖਣਾ ਪਵੇ। ਕਿ ਆ ਵਾਲੀਆਂ ਲੈ ਜਾ, ਰੱਬ ਕਰੇ ਹੁਣ ਤੂੰ ਵਾਪਸ ਮੁੜ ਕੇ ਨਾ ਆਏ ਤੇ ਨਾ ਹੀ ਮੈਨੂੰ ਤੂੰ ਮੂੰਹ ਦਿਖਾਏ। ਉਹ ਗੱਲ ਦਾ ਅੱਜ ਵੀ ਪਛਤਾਵਾ ਜੀ। ਹੁਣ ਵੀ ਮੈਂ ਦੇਖਦਾ ਆਪਣੀ ਮਾਂ ਨੂੰ, ਕਈ ਵਾਰੀ ਅੱਖਾਂ 'ਚ ਪਾਣੀ ਆ ਜਾਂਦਾ ਜੀ। ਜਿੱਦਾਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀਗੀ ਉਸ ਟਾਈਮ ਮੈਂ ਨਸ਼ੇ ਦੇ ਵਿੱਚ ਪੂਰਾ ਟੁੰਨ ਸੀਗਾ ਜੀ। ਚੜ੍ਹਦੀ ਜਵਾਨੀ ਪੁੱਤ ਨਸ਼ਿਆਂ 'ਚ ਡੁੱਬਾ ਏ, ਫੜ ਕੇ ਡੰਗੋਰੀ ਬਾਪੂ ਤੁਰਦਾ ਹੋ ਕੁੱਬਾ ਏ। ਪੁੱਤਰਾਂ ਦੇ ਸਿਰਾਂ ਉੱਤੇ ਜੀਣ ਸਦਾ ਮਾਪੇ, ਪੋਤੇ ਆਸ ਹੁੰਦੇ ਮਾਪਿਆਂ ਦੇ ਚਾਵਾਂ ਦੀ। ਬਾਰਡਰ ਤੋਂ ਪਾਰ ਕਦੇ ਲੰਘਦਾ ਨਾ ਚਿੱਟਾ, ਜੇ ਹੁੰਦੀ ਡਿਊਟੀ ਕਿਤੇ ਮਾਵਾਂ, ਜੇ ਹੁੰਦੀ ਡਿਊਟੀ ਕਿਤੇ ਮਾਵਾਂ। ਮੇਰਾ ਸਹੁਰਾ ਪਰਿਵਾਰ ਵੀ ਸ਼ਰੀਫ ਸੀਗਾ, ਉਹਨਾਂ ਨੇ ਕੋਈ ਨਹੀਂ ਪੁੰਨ ਦੱਸ ਕੀਤੀ ਤੇ ਉਹ ਚਲੋ ਜਿੱਦਾਂ ਉਹਨਾਂ ਨਾਲ ਵੀ ਮੈਂ ਤਾਂ ਇਹ ਅੱਜ ਦੇ ਦਿਨ ਇਹ ਕਹੂੰਗਾ ਵੀ ਉਹਨਾਂ ਨਾਲ ਵੀ ਥੋੜਾ ਜਿਹਾ ਧੋਖਾ ਹੋ ਗਿਆ। ਮੈਂ ਤਾਂ ਚਲੋ ਨਸ਼ਾ ਕਰਕੇ ਸੌਂ ਜਾਂਦਾ ਸੀ ਜਾਂ ਕਿਤੇ ਡਿੱਗ ਪੈਂਦਾ ਸੀਗਾ, ਪਰ ਉਹ ਜਿਹੜੀ ਮੇਰੀ ਵੇਟ ਘਰੇ ਬੈਠੇ ਕਰਦੇ ਸੀਗੇ ਕਿ ਉਹਨਾਂ ਨੂੰ ਇਹ ਹੁੰਦਾ ਸੀ ਕਿਤੇ ਰਸਤੇ 'ਚ ਮਰਿਆ ਨਾ ਪਿਆ ਹੋਵੇ, ਓਵਰਡੋਜ਼ ਨਾ ਹੋ ਗਿਆ ਹੋਵੇ, ਕੋਈ ਡਿੱਗ ਨਾ ਪਿਆ ਹੋਵੇ, ਕਿੱਦਾਂ ਹੋਊਗਾ, ਆਇਆ ਨਹੀਂ ਇਹ ਉਹ। ਉੱਥੇ ਤਾਂ ਮੈਂ ਕਹਿ ਹੁੰਦਾ ਸੀਗਾ ਕਿ ਮੈਂ ਨਸ਼ਾ ਨਹੀਂ ਕਰਦਾ, ਪਰ ਜਦੋਂ ਘਰੇ ਆ ਕੇ ਤੋੜ ਵੱਜਣੀ ਮੈਂ ਫਿਰ ਭੱਜਣਾ। ਮੈਂ ਕਦੀ ਸੋਚਿਆ ਹੀ ਨਹੀਂ ਸੀਗਾ। 3 ਸਾਲ ਤਾਂ ਬਹੁਤ ਦੂਰ ਦੀ ਗੱਲ ਹੈ, ਮੈਂ 3 ਮਿੰਟ ਵੀ ਨਸ਼ੇ ਤੋਂ ਦੂਰ ਨਹੀਂ ਸੀ ਰਹਿੰਦਾ। ਇੱਥੋਂ ਤੱਕ ਜੀ ਮੇਰੇ ਮਦਰ ਮੈਨੂੰ ਖੁਦ ਸਵੇਰੇ ਉੱਠ ਕੇ ਫੀਮ ਕਈ ਵਾਰੀ ਦਿੱਤੀ ਉਹਨਾਂ ਨੇ। ਜਦੋਂ ਉਹਨਾਂ ਨੂੰ ਲੱਗਣਾ ਕਿ ਇਹ ਉੱਠਿਆ ਨਹੀਂ, ਉਹਨਾਂ ਨੇ ਸਿਰਫ ਮੈਨੂੰ ਜਿਉਂਦਾ ਜਾਂ ਮਰਿਆ ਚੈੱਕ ਕਰਨ ਵਾਸਤੇ ਸਵੇਰੇ ਮੇਰੇ ਲਈ ਫੀਮ ਲੈ ਕੇ ਜਾਣੀ ਕਿ ਆਹ ਖਾ ਲਾ, ਤੇਰਾ ਇਸ ਤੋਂ ਬਾਅਦ ਤੈਨੂੰ ਨਹੀਂ ਤਾਂ ਤੋੜ ਵੱਜੂਗੀ। ਹੋਰ ਨਸ਼ਾ ਛੱਡ ਕੇ ਬਹੁਤ ਨਜ਼ਾਰੇ ਆ, ਨਾ ਕੱਢਣੇ ਪੈਂਦੇ ਕਿਸੇ ਦੇ ਹਾੜੇ ਆ। ਬੰਦੇ ਅੱਖਾਂ 'ਚ ਬਦਨਾਮੀ ਹੀ ਬਦਨਾਮੀ ਐ, ਖੁੱਲੀਆਂ ਅੱਖਾਂ 'ਚ ਮਿੱਤਰਾ ਚਮਕਦੇ ਸਿਤਾਰੇ। ਵਿਜੇ ਵਿਵੇਕ ਲਿਖਦੇ ਨੇ ਕਿ ਵਕਤ ਨੇ ਮੈਨੂੰ ਮਾਰਿਆ, ਮੇਰਾ ਕਸੂਰ ਏ। ਉਹ ਜਿੱਤ ਗਏ ਮੈਂ ਹਾਰਿਆ, ਮੇਰਾ ਕਸੂਰ ਏ। ਇੱਕ ਗੱਲ ਵੀ ਝੂਠੀ ਨਹੀਂ ਉਸ ਵਿੱਚ ਮੇਰੇ ਖਿਲਾਫ, ਜੋ ਕੁਝ ਵੀ ਗਿਆ ਪ੍ਰਚਾਰਿਆ, ਮੇਰਾ ਕਸੂਰ ਏ। ਅਫਸੋਸ ਕੀ ਹੁੰਦਾ ਹੈ? ਅਫਸੋਸ ਉਸ ਪੁੱਤਰ ਕੋਲੋਂ ਪੁੱਛ ਕੇ ਵੇਖੋ ਜਿਸ ਦੇ ਪਿਤਾ ਦੀ ਲਾਸ਼ ਉਸ ਦੇ ਸਾਹਮਣੇ ਹੋਵੇ ਤੇ ਉਸਨੇ ਚਿੱਟਾ ਪੀਤਾ ਹੋਵੇ, ਨਸ਼ਾ ਕੀਤਾ ਹੋਵੇ ਤੇ ਉਹ ਬੇਹੋਸ਼ ਦੀ ਹਾਲਤ ਦੇ ਵਿੱਚ ਉਸ ਲਾਸ਼ ਨੂੰ ਦੇਖਦਾ ਹੋਵੇ ਔਰ तमाम ਉਮਰ ਹੋਰ ਉਸਨੇ ਜੋ ਕੱਟਣੀ ਹੈ ਉਹ ਇਸੇ ਅਫਸੋਸ ਦੇ ਨਾਲ ਕੱਟਦਾ ਪਿਆ। ਲੇਕਿਨ 14 ਸਾਲ ਚਿੱਟਾ ਪੀਤਾ, ਨਸ਼ਾ ਕੀਤਾ ਔਰ ਸਮਾਜ ਨੇ ਵੀ ਉਸ ਨੂੰ ਦਰਕਨਾਰ ਕਰਤਾ। ਲੇਕਿਨ ਹੁਣ ਚਿੱਟਾ ਛੱਡਤਾ, ਰਿਹੈਬ ਵੀ ਖੋਲ੍ਹਣ ਜਾ ਰਿਹਾ ਔਰ ਲੋਕਾਂ ਦੀ ਉਹਨਾਂ ਦੀ ਮਦਦ ਕਰਦਾ ਜੋ ਕਿ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ। ਗਗਨਦੀਪ ਸਿੰਘ ਮੇਰੇ ਨਾਲ ਨੇ, ਗਗਨ ਉਰਫ ਜੈਲਦਾਰ ਵੀ ਕਹਿੰਦੇ ਇਹਨਾਂ ਨੂੰ। ਗਗਨ, ਅਫਸੋਸ ਬੜਾ ਵੱਡਾ ਨਾਲ ਤੁਰਦਾ ਪਿਆ। ਹਾਂਜੀ ਇਹ ਤਾਂ ਹੈਗਾ ਜੀ। ਪਹਿਲਾਂ 14 ਸਾਲ ਜ਼ਿੰਦਗੀ ਦੇ 14 ਸਾਲ ਦੀ ਉਮਰ 'ਚ ਤੁਸੀਂ ਸ਼ੁਰੂ ਕੀਤਾ, ਅੱਜ ਦੀ ਤਾਰੀਖ 'ਚ ਤੁਸੀਂ 32 ਸਾਲਾਂ ਦੇ ਹੋ ਗਏ ਹੋ। ਲਗਭਗ ਕਾਫੀ ਸਾਲ ਜੋ ਸੀਗੇ ਜ਼ਿੰਦਗੀ ਦੇ, ਜਿਹੜਾ ਇੱਕ ਮਹੱਤਵਪੂਰਨ ਟਾਈਮ ਹੁੰਦਾ ਜ਼ਿੰਦਗੀ ਦਾ, ਇੰਪੋਰਟੈਂਟ ਟਾਈਮ ਹੁੰਦਾ, ਉਹ ਤੁਸੀਂ ਗਾਲਤਾ। ਲੇਕਿਨ ਵਾਪਸ ਮੁੜ ਆਏ, ਵਾਪਸ ਆਉਣਾ ਜ਼ਰੂਰੀ ਸੀਗਾ। ਕੀ ਸੀ ਉਹ ਵਕਤ ਤੇ ਹੁਣ ਕੀ ਹੈ? ਉਹ ਵਕਤ ਜੀ ਬਹੁਤ ਬੁਰਾ ਸੀਗਾ ਜਿਹੜਾ ਕੱਢਿਆ ਆ। 14 ਸਾਲ ਜ਼ਿੰਦਗੀ ਦੇ ਇੱਕ ਹਿਸਾਬ ਨਾਲ ਖੂਹ 'ਚ ਪਾਤੇ। ਜਿਹੜੇ ਟਾਈਮ ਆਪਣੇ ਫਾਦਰ ਨੂੰ ਮਦਰ ਨੂੰ ਦੇਖਣ ਦੀ ਉਮਰ ਸੀਗੀ, ਉਹਨਾਂ ਵੱਲ ਦੇਖ ਕੇ ਕੁਝ ਸਿੱਖਣ ਦੀ ਉਮਰ ਸੀਗੀ, ਉਹ ਟਾਈਮ ਮੈਂ ਨਸ਼ਾ ਸਿੱਖਣ ਵੱਲ ਲਾਤਾ। ਅੱਛਾ, ਜਿਨ੍ਹਾਂ ਨਾਲ ਵੀ ਗੱਲ ਕਰੀ ਦੀ ਹੈ ਨਾ, ਜਿਨ੍ਹਾਂ ਨੇ ਚਿੱਟਾ ਸ਼ੁਰੂ ਕੀਤਾ, ਉਹ ਕਹਿੰਦੇ ਕਿ ਅਸੀਂ ਚਿੱਟਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਸੋਚਦੇ ਸੀ ਕਿ ਚਿੱਟਾ ਸਾਡੇ ਤੇ ਹਾਵੀ ਨਹੀਂ ਹੋਏਗਾ, ਸਾਨੂੰ ਇਸ ਤਰੀਕੇ ਦੇ ਨਾਲ ਸਾਡੇ ਤੇ ਇਹ ਭਾਰੀ ਨਹੀਂ ਪੈ ਜਾਏਗਾ, ਅਸੀਂ ਵਾਪਸ ਮੁੜ ਆਵਾਂਗੇ। ਲੇਕਿਨ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਚਿੱਟਾ ਉਹਨਾਂ ਤੇ ਹਾਵੀ ਹੋ ਗਿਆ। ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੋਇਆ ਸੀਗਾ? ਤੁਸੀਂ ਵੀ ਇਸੇ ਤਰੀਕੇ ਨਾਲ ਸ਼ੁਰੂਆਤ ਕੀਤੀ ਸੀਗੀ ਜਾਂ ਤੁਹਾਡੀ ਜ਼ਿੰਦਗੀ ਦਾ ਚੈਪਟਰ ਕੁਝ ਹੋਰ ਹੈ? ਨਹੀਂ, ਚੈਪਟਰ ਤਾਂ ਜੀ ਸੇਮ ਹੀ ਹੁੰਦਾ ਆ। ਕੋਈ ਵੀ ਨਸ਼ਾ ਕਰਦਾ ਆ ਬੰਦਾ, ਉਹ ਇਹੀ ਸੋਚਦਾ ਕਿ ਨਸ਼ਾ ਮੇਰੇ ਤੇ ਹਾਵੀ ਨਹੀਂ ਹੋ ਸਕਦਾ, ਪਰ ਉਹ ਹਾਵੀ ਓਨਾ ਟਾਈਮ ਨਹੀਂ ਹੁੰਦਾ ਜਿੰਨਾ ਚਿਰ ਤੁਹਾਡੇ ਬਾਡੀ ਦੇ ਵਿੱਚ ਜਾਨ ਆ। ਜਦੋਂ ਨਸ਼ਾ ਹੌਲੀ ਹੌਲੀ ਤਾਕਤ ਤੁਹਾਡੇ ਸਰੀਰ ਦੀ ਖਤਮ ਕਰ ਦਿੰਦਾ ਤੇ ਉਹ ਹਾਵੀ ਹੋ ਜਾਂਦਾ ਆ। ਫਿਰ ਬੰਦੇ ਨੂੰ ਕੋਈ ਰਸਤਾ ਨਹੀਂ ਲੱਭਦਾ ਕਿ ਹੁਣ ਮੈਂ ਕੀ ਕਰਾਂ। ਫਿਰ ਉਹ ਅੱਗੇ ਤੋਂ ਅੱਗੇ ਜਿੱਦਾਂ ਚੋਰੀਆਂ ਹੈ ਨਾ, ਸਾਰਾ ਕੁਝ ਕਰਦਾ, ਘਰੇ ਝੂਠ, ਸਾਰਾ ਕੁਝ ਚੱਲਦਾ ਜੀ। ਉਹ
ਪੰਨੀ ਤੋਂ ਸ਼ੁਰੂਆਤ ਹੋਈ ਸੀ ਤੁਹਾਡੀ, ਉਹ ਟਾਈਮ ਇਹੋ ਜਿਹਾ ਆ ਗਿਆ ਸੀਗਾ ਕਿ ਪੰਨੀ ਜਿਹੜੀ ਸੀਗੀ ਬੇਅਸਰ ਹੋ ਗਈ ਸੀਗੀ, ਉਸ ਤੋਂ ਬਾਅਦ ਟੀਕਿਆਂ ਤੇ ਆ ਗਏ, ਇੰਜੈਕਸ਼ਨ ਲਾਣੇ ਸ਼ੁਰੂ ਕਰਤੇ, ਉਹਦੇ ਬਾਰੇ ਦੱਸੋ। ਹਾਂਜੀ, ਪਹਿਲਾਂ ਤਾਂ ਜੀ ਜਿੱਦਾਂ ਤੁਹਾਨੂੰ ਦੱਸਦਾ ਨਾ, ਮੈਂ ਪਹਿਲਾਂ ਮੇਰੀ ਆਦਤ ਸੀਗੀ ਕਿ ਅਮਲੀ ਕੋਈ ਵੱਡਿਆ ਹੋ ਕੇ ਨਹੀਂ ਬਣਦਾ, ਜਮਾਂਦਰੂ ਤੋਂ ਹੀ ਇਹ ਸਿੰਪਟਮ ਹੁੰਦੇ ਆ ਥੋੜ੍ਹੇ ਥੋੜ੍ਹੇ ਬੰਦੇ ਦੇ ਵਿੱਚ। ਜਿੱਦਾਂ ਹੁਣ ਮੈਂ ਸੀਗਾ, ਮੈਨੂੰ ਇਹ ਹੁੰਦਾ ਸੀ, ਮੈਂ 5th ਦੇ ਵਿੱਚ ਪੜ੍ਹਦਾ ਸੀਗਾ ਤੇ 8th ਦੇ ਮੁੰਡਿਆਂ ਨਾਲ ਮੇਰੀ ਯਾਰੀ ਹੁੰਦੀ ਸੀਗੀ। ਕਿ ਉਹ ਕਿਉਂ ਹੁੰਦੀ ਸੀਗੀ ਕਿ ਮੈਂ ਇਹਨਾਂ ਤੇ ਹਵਾ ਬਣਾਵਾਂ। ਉੱਦਾਂ ਹੀ ਹੌਲੀ ਹੌਲੀ ਆਪ ਤੋਂ ਵੱਡਿਆਂ ਨੂੰ ਦੇਖਦੇ ਫਿਰ ਇੱਕ ਮੈਂ ਜਿੱਦਾਂ ਮੈਡੀਕਲ ਸ਼ਾਪ ਤੇ ਹਨਾ ਵੱਲ ਸਿੱਖਣ ਲਈ ਲੱਗ ਗਿਆ ਕਿ ਕੱਲ ਨੂੰ ਮੈਂ ਕੋਈ ਆਪਦਾ ਕੰਮ ਕਰ ਲੂੰਗਾ। ਉੱਥੇ ਮੈਂ ਦੇਖਣਾ ਕਿ ਗੁਆਂਢ ਦੇ ਵਿੱਚ ਨਸ਼ਾ ਵਿਕਦਾ ਸੀਗਾ ਸ਼ਾਪ ਤੇ, ਉੱਥੇ ਆਣ ਕੇ ਮੁੰਡਿਆਂ ਨੇ ਸ਼ੀਸ਼ੀਆਂ ਪੀ ਕੇ ਗੋਲੀਆਂ ਖਾ ਕੇ ਹੁੱਲੜਬਾਜੀ ਕਰਨੀ। ਤੇ ਉਹ ਮੇਰੇ ਵਿੱਚ ਤਾਂ ਸੀਗੇ ਥੋੜ੍ਹੇ ਥੋੜ੍ਹੇ ਪਹਿਲਾਂ ਹੀ ਸਿੰਪਟਮ ਕਿ ਮੈਂ ਇਦਾਂ ਦਾ ਸੀਗਾ, ਉੱਧਰ ਤੋਂ ਖਿੱਚ ਦਾ ਜ਼ਿਆਦਾ ਮੇਰਾ ਸੀਗਾ। ਤੇ ਉੱਥੋਂ ਬਸ ਸਟਾਰਟਿੰਗ ਕੀਤੀ ਹੈ ਜੀ। ਪਹਿਲਾਂ ਅੱਧੀ ਸ਼ੀਸ਼ੀ ਪੀਤੀ, ਅੱਧੀ ਤੋਂ ਇੱਕ ਹੋ ਗਈ, ਬਸ ਇੱਕ ਤੋਂ ਤਾਂ 2-3 ਹੁੰਦੀਆਂ ਦਾ ਪਤਾ ਹੀ ਨਹੀਂ ਲੱਗਾ ਜੀ। ਮਾਂ ਕਦੀ ਆਪਣੇ ਪੁੱਤਰ ਨੂੰ ਬਦਅਸੀਸ ਨਹੀਂ ਦਿੰਦੀ, ਬਦਦੁਆ ਨਹੀਂ ਦਿੰਦੀ, ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਟਾਈਮ ਵੀ ਤੁਸੀਂ ਦੇਖਿਆ ਜਿੱਥੇ ਮਾਂ ਨੇ ਹੱਥ ਦੇ ਵਿੱਚ ਵਾਲੀਆਂ ਫੜਾਉਂਦੇ ਹੋਏ ਤੁਹਾਨੂੰ ਕਿਹਾ ਕਿ ਇਸ ਤੋਂ ਬਾਅਦ ਤੇਰਾ ਮੂੰਹ ਨਾ ਦੇਖਣਾ ਪਵੇ, ਕੀ ਸੀਗਾ ਉਹ? ਹਾਂਜੀ ਜੀ, ਇੱਕ ਵਾਰੀ ਮੈਨੂੰ ਮਤਲਬ ਜ਼ਿਆਦਾ ਤੋੜ ਲੱਗੀ ਵੀ ਸੀਗੀ ਤੇ ਘਰ ਦੇ ਵਿੱਚ ਪੈਸਾ ਵੀ ਕੋਈ ਨਹੀਂ ਸੀ ਛੱਡਿਆ, ਗਰੀਬੀ ਫੁੱਲ ਛਾ ਚੁੱਕੀ ਸੀਗੀ ਤੇ ਮੈਂ ਤਾਂ ਆਪਣਾ ਨਸ਼ਾ ਪੂਰਾ ਕਰਨਾ ਸੀਗਾ ਤੇ ਮੈਂ ਆਪਣੀ ਮਦਰ ਦੇ ਪੈਸੇ ਦੀ ਡਿਮਾਂਡ ਕੀਤੀ। ਉਹਨਾਂ ਕੋਲੇ ਪੈਸੇ ਹੈ ਨਹੀਂ ਸੀ, ਉਹਨਾਂ ਨੇ ਵਾਲੀਆਂ ਲਾ ਕੇ ਦੇਤੀਆਂ ਮੈਨੂੰ। ਨਾਲ ਉਹਨਾਂ ਨੇ ਇੱਕ ਵਰਡ ਇਹ ਵੀ ਕਿਹਾ ਕਿ ਆਹ ਵਾਲੀਆਂ ਲੈ ਜਾ, ਰੱਬ ਕਰੇ ਹੁਣ ਤੂੰ ਵਾਪਸ ਮੁੜ ਕੇ ਨਾ ਆਏ ਤੇ ਨਾ ਹੀ ਮੈਨੂੰ ਤੂੰ ਮੂੰਹ ਦਿਖਾਏ। ਉਹ ਗੱਲ ਦਾ ਅੱਜ ਵੀ ਪਛਤਾਵਾ ਜੀ। ਹੁਣ ਵੀ ਮੈਂ ਦੇਖਦਾ ਆਪਣੀ ਮਾਂ ਨੂੰ, ਕਈ ਵਾਰੀ ਅੱਖਾਂ 'ਚ ਪਾਣੀ ਆ ਜਾਂਦਾ ਜੀ। ਜਿੱਦਾਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀਗੀ, ਉਸ ਟਾਈਮ ਮੈਂ ਨਸ਼ੇ ਦੇ ਵਿੱਚ ਪੂਰਾ ਟੁੰਨ ਸੀਗਾ ਜੀ। ਤੇ ਗੇਟ ਦੇ ਜਿਹੜਾ ਦੀਵਾਰ ਵਾਲੀ ਸਾਈਡ ਤੇ ਗੇਟ ਖੁੱਲ੍ਹਦਾ ਆ, ਉਹਦੇ ਮੈਂ ਵਿੱਚ ਬੈਠਾ ਹੋਇਆ ਸੀਗਾ ਦੀਵਾਰ ਤੇ ਗੇਟ ਦੇ ਵਿੱਚ ਕਿ ਮੇਰੇ ਰਿਲੇਟਿਵ ਆਉਣਗੇ, ਉਹ ਮੈਨੂੰ ਦੇਖ ਕੇ ਕੀ ਕਹਿਣਗੇ ਕਿ ਇਹਦੇ ਪਿਓ ਦੀ ਸਾਹਮਣੇ ਡੈੱਡ ਬੋਡੀ ਪਈ ਆ ਤੇ ਇਹ ਰੱਜ ਕੇ ਇੱਥੇ ਬੈਠਾ ਹੋਇਆ। ਸਭ ਤੋਂ ਵੱਡਾ ਜੀ ਦੁੱਖ ਇਹ ਆ ਮੇਰੀ ਜ਼ਿੰਦਗੀ ਦੇ ਵਿੱਚ ਕਿ ਮੈਂ ਉਹਦੇ ਫਾਦਰ ਸਾਹਿਬ ਦੀ ਮੈਨੂੰ ਲਾਸਟ ਟਾਈਮ ਦੀ ਸ਼ਕਲ ਨਹੀਂ ਯਾਦ ਕਿ ਉਹ ਲਾਸਟ ਟਾਈਮ ਕਿੱਦਾਂ ਦੇ ਸੀਗੇ। ਇਹ ਜ਼ਿੰਦਗੀ 'ਚ ਬਹੁਤ ਵੱਡਾ ਜੀ ਪਛਤਾਵਾ ਆ ਇਹ। ਦੂਰ ਕਿਵੇਂ ਹੋਏ ਤੁਸੀਂ ਇਸ ਚੀਜ਼ ਤੋਂ? ਜੇ ਕਿਉਂਕਿ ਜਿਹੜਾ ਬੰਦਾ ਦੂਰ ਜਾਣ ਦੀ ਕੋਸ਼ਿਸ਼ ਕਰਦਾ, ਇੱਕ ਤਾਂ ਹੁੰਦਾ ਚਿੱਟਾ ਇੱਕ ਵਾਰ ਲਈ ਛੱਡ ਦੇਣਾ, ਨਸ਼ਾ ਛੱਡ ਦੇਣਾ, ਲੇਕਿਨ ਔਖਾ ਇਹ ਹੁੰਦਾ ਉਸ ਚੀਜ਼ ਨੂੰ ਮੇਨਟੇਨ ਕਰਕੇ ਰੱਖਣਾ। ਇਹ ਜਿਹੜਾ ਮੇਨਟੇਨ ਕਰਕੇ ਰੱਖੇ, ਕਿਉਂਕਿ ਤੁਹਾਨੂੰ ਸੁਣਨ ਵਾਲਿਆਂ 'ਚੋਂ ਉਹ ਦਰਸ਼ਕ ਵੀ ਹੋਣਗੇ ਜੋ ਫਸੇ ਹੋਏ ਆ, ਇਹ ਮੇਨਟੇਨ ਕਿਵੇਂ ਕੀਤਾ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਦੂਰ ਹੋਏ? ਇਹ ਜੀ ਪਹਿਲਾਂ ਤਾਂ ਜਿੱਦਾਂ ਮੰਨ ਕੇ ਚਲੋ ਆਪਾਂ ਨੂੰ ਆਪ ਨੂੰ ਨਸ਼ੇ ਤੋਂ ਦੂਰੀ ਬਣਾਉਣੀ ਪੈਂਦੀ ਆ। ਉਹ ਕਿਸੇ ਪ੍ਰਕਾਰ 'ਚ ਹੀ ਹੋਵੇ, ਚਾਹੇ ਰਿਹੈਬ ਹੋਵੇ ਜਾਂ ਕੋਈ ਜਿੱਦਾਂ ਕੋਈ ਆਪਣਾ ਸਖਤੀ ਵਾਲਾ ਰਿਸ਼ਤੇਦਾਰ ਹੁੰਦਾ ਆ, ਉਹਦੇ ਕੋਲੇ ਘਰ ਦੇ ਭੇਜ ਦੇਣ ਕਿ ਆਪਾਂ ਬਾਹਰ ਨਾ ਨਿਕਲ ਸਕੀਏ। ਪਹਿਲਾਂ ਥੋੜ੍ਹੀ ਜਿਹੀ ਦੂਰੀ ਇਸ ਤਰੀਕੇ ਨਾਲ ਬਣਾਉਣੀ ਹੁੰਦੀ ਹੈ। ਫਿਰ ਜੀ ਇਹ ਹੁੰਦਾ ਆ ਕਿ ਜਿਹੜੇ ਬੰਦੇ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਜੀ ਰਹੇ ਆ, ਜਿੱਦਾਂ ਹੁਣ ਸਾਡੇ ਤੋਂ ਹੈ ਨਾ ਉੱਪਰ ਆ 5 ਸਾਲ ਵਾਲੇ ਵੀ ਹੈਗੇ ਆ, 10 ਸਾਲ ਵੀ ਹੋ ਗਏ ਕਈਆਂ ਨੂੰ ਭਰਾਵਾਂ ਨੂੰ ਨਸ਼ਾ ਛੱਡਿਆਂ ਨੂੰ। ਅਸੀਂ ਉਹਨਾਂ ਵੱਲ ਦੇਖ ਕੇ ਜਦੋਂ ਜੀਣ ਲੱਗ ਪਏ ਨੇ ਆਣੇ ਜੀ, ਤੇ ਉਹ ਗੈਪ ਹੌਲੀ 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 ਇੱਕ ਇੱਕ ਦਿਨ ਕਰਕੇ ਸਾਲ ਦੇ ਵਿੱਚ ਹੋ ਜਾਂਦਾ ਜੀ। ਮੈਨੂੰ ਅੱਜ ਮਤਲਬ 2.5 ਸਾਲ ਦੇ ਕਰੀਬ ਹੋ ਗਿਆ ਆ ਸਮਾਂ। 16 ਦਸੰਬਰ ਨੂੰ ਮੈਨੂੰ 3 ਸਾਲ ਹੋ ਜਾਣਗੇ। ਮੈਂ ਕਦੀ ਸੋਚਿਆ ਹੀ ਨਹੀਂ ਸੀਗਾ, 3 ਸਾਲ ਤਾਂ ਬਹੁਤ ਦੂਰ ਦੀ ਗੱਲ ਆ, ਮੈਂ 3 ਮਿੰਟ ਵੀ ਨਸ਼ੇ ਤੋਂ ਦੂਰ ਨਹੀਂ ਸੀ ਰਹਿੰਦਾ। ਇੱਕ ਚੀਜ਼ ਦੱਸੋ, ਤੁਸੀਂ ਕਿਹਾ ਕਿ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਦਾ ਉਹ ਆਖਰੀ ਚਿਹਰਾ ਜਾਂ ਉਹਨਾਂ ਦੀ ਤਸਵੀਰ ਤੁਹਾਡੇ ਜ਼ਿਹਨ 'ਚ ਨਹੀਂ ਹੈਗੀ, ਲੇਕਿਨ ਤੁਹਾਨੂੰ ਇਹ ਬਖੂਬੀ ਯਾਦ ਹੈ ਕਿ 16 ਦਸੰਬਰ ਨੂੰ 3 ਸਾਲ ਹੋ ਜਾਣੇ ਆ। 16 ਦਸੰਬਰ ਨੂੰ ਤੁਸੀਂ ਲਾਣਾ ਸ਼ੁਰੂ ਕੀਤਾ ਸੀ, ਇਹ ਮੈਨੂੰ ਥੋੜ੍ਹਾ ਸਮਝਾਓ। ਨਹੀਂ, ਇਹ 16 ਦਸੰਬਰ ਨੂੰ ਲਾਉਣਾ ਨਹੀਂ ਸ਼ੁਰੂ ਕੀਤਾ ਸੀਗਾ ਜੀ। ਮੇਰੇ ਰਿਹੈਬ ਮੈਂ 15 ਤਰੀਕ ਨੂੰ ਘਰ ਤੋਂ ਗਿਆ ਸੀਗਾ, 16 ਤਰੀਕ ਨੂੰ ਮੈਂ ਪਹੁੰਚਿਆ ਸੀਗਾ ਹਨੂੰਮਾਨਗੜ੍ਹ। ਯੂ ਟਰਨ ਨਸ਼ਾ ਮੁਕਤੀ ਕੇਂਦਰ ਆ ਉੱਥੇ, ਆਪਣੇ ਕਮਲ ਜੀ ਨੇ ਮੋਗਾ ਤੋਂ ਭੁੱਲਰ ਸਾਹਿਬ, ਤੇ ਉਹ ਮੈਨੂੰ ਲੈ ਕੇ ਗਏ ਸੀਗੇ। 16 ਤਰੀਕ ਨੂੰ ਮੇਰੀ ਕਲੀਨ ਡੇਟ ਹੈ ਜੀ। ਮੈਂ 16 12 19 ਦੇ ਵਿੱਚ ਉਹਨਾਂ ਕੋਲੇ ਪਹੁੰਚਿਆ ਸੀਗਾ। ਤੇ ਫਿਰ ਹੌਲੀ ਹੌਲੀ ਜਿੱਦਾਂ ਆਪਣੇ ਅਸੀਂ ਤਾਂ ਉਹ ਤਰੀਕ ਨੂੰ ਹੀ ਜਨਮ ਦਿਨ ਮੰਨਦੇ ਆ ਤੇ ਸੈਲੀਬ੍ਰੇਟ ਵੀ ਮਤਲਬ ਬਹੁਤ ਵਧੀਆ ਕਰੀਦਾ ਆ, ਜਿੱਥੇ ਵੀ ਹੋਈਦਾ ਆ। ਕੋਈ 10 ਭਰਾ ਸਾਨੂੰ ਦੇਖਦੇ ਆ, ਉਹਨਾਂ 'ਚ ਵੀ ਹੋਪ ਆਉਂਦੀ ਆ। ਜਿੱਦਾਂ ਅਸੀਂ ਕਿਸੇ ਨੂੰ ਪਹਿਲਾਂ ਦੇਖਦੇ ਹੁੰਦੇ ਸੀ ਨਾ, ਯਾਰ ਵੀ ਆਹ ਬੰਦੇ ਨਸ਼ਾ ਕਰਦੇ ਹੋਣਗੇ ਥੋੜ੍ਹਾ ਥੋੜ੍ਹਾ, ਪਰ ਨਹੀਂ, ਹੁਣ ਆਪਦੇ ਜਦੋਂ ਹੋਈ ਗੱਲ ਯਕੀਨ ਹੋ ਗਿਆ ਕਿ ਅਸੀਂ ਰਹਿ ਸਕਦੇ ਆ। ਸਾਡਾ ਹੁਣ ਗਰੁੱਪ ਹੀ ਹੋਰ ਆ ਜੀ, ਅਸੀਂ ਕਰਨ ਵਾਲਿਆਂ 'ਚ ਜਾਂਦੇ ਹੀ ਨਹੀਂ। ਜਿਹੜੇ ਕਰਕੇ ਛੱਡ ਗਿਆ, ਸਾਡੀ ਯਾਰੀ ਉਹਨਾਂ ਨਾਲ ਹੈ ਜੀ। ਵਿਆਹ ਹੋ ਗਿਆ? ਹਾਂਜੀ। ਔਰ ਇਹ ਕਿਸ ਦੌਰਾਨ ਹੋਇਆ? ਉਸੇ ਦੌਰਾਨ ਹੋਇਆ ਜਦੋਂ ਤੁਹਾਡੀ ਜਿਹੜੀ ਹਾਲਤ ਸੀਗੀ ਉਹ ਖਰਾਬ ਸੀ? ਹਾਂਜੀ, ਮਜਬੂਰੀ 'ਚ ਹੋਇਆ ਜੀ। ਜਿੱਦਾਂ ਮਜਬੂਰੀ ਇੱਦਾਂ ਕਿ ਘਰਦਿਆਂ ਦੀ ਮਜਬੂਰੀ ਬਣ ਚੁੱਕੀ ਸੀਗੀ ਕਿ ਹੋ ਸਕਦਾ ਜਿੱਦਾਂ ਆਪਣੇ
ਪੰਜਾਬ ਦੇ ਵਿੱਚ ਜ਼ਿਆਦਾ ਕਹਿੰਦੇ ਆ ਨਾ, ਜਦੋਂ ਮੁੰਡਾ ਵਿਗੜਨ ਲੱਗੇ ਉਹਦਾ ਵਿਆਹ ਕਰ ਦਿਓ। ਉਹ ਚੀਜ਼ ਹੋਈ ਸੀਗੀ ਮੇਰੇ ਨਾਲ ਜੀ। ਘਰਦਿਆਂ ਨੇ ਮਤਲਬ ਮੇਰਾ ਸਹੁਰਾ ਪਰਿਵਾਰ ਵੀ ਸ਼ਰੀਫ ਸੀਗਾ, ਉਹਨਾਂ ਨੇ ਕੋਈ ਨਹੀਂ ਪੁੰਨ ਦੱਸ ਕੀਤੀ। ਤੇ ਉਹ ਚਲੋ ਜਿੱਦਾਂ ਉਹਨਾਂ ਨਾਲ ਵੀ, ਮੈਂ ਤਾਂ ਇਹ ਅੱਜ ਦੇ ਦਿਨ ਇਹ ਕਹੂੰਗਾ ਵੀ ਉਹਨਾਂ ਨਾਲ ਵੀ ਥੋੜਾ ਜਿਹਾ ਧੋਖਾ ਹੋ ਗਿਆ, ਕਿਉਂਕਿ ਉਹਨਾਂ ਦੀ ਲੜਕੀ ਨੇ ਵੀ ਮੇਰੇ ਨਾਲ 10 ਸਾਲ ਉਹ ਬੁਰੇ ਦੌਰ ਦੇ ਵਿੱਚ ਕੱਢੇ ਆ, ਜਿਹੜੇ ਮੈਂ ਦੌਰ 'ਚ ਕੱਢੇ ਆ। ਮੈਂ ਤਾਂ ਚਲੋ ਨਸ਼ਾ ਕਰਕੇ ਸੌਂ ਜਾਂਦਾ ਸੀ ਜਾਂ ਕਿਤੇ ਡਿੱਗ ਪੈਂਦਾ ਸੀਗਾ, ਪਰ ਉਹ ਜਿਹੜੀ ਮੇਰੀ ਵੇਟ ਘਰੇ ਬੈਠੇ ਕਰਦੇ ਸੀਗੇ ਵੀ ਉਹਨਾਂ ਨੂੰ ਇਹ ਹੁੰਦਾ ਸੀ ਕਿਤੇ ਰਸਤੇ 'ਚ ਮਰਿਆ ਨਾ ਪਿਆ ਹੋਵੇ, ਓਵਰਡੋਜ਼ ਨਾ ਹੋ ਗਿਆ ਹੋਵੇ, ਕੋਈ ਡਿੱਗ ਨਾ ਪਿਆ ਹੋਵੇ, ਕਿੱਦਾਂ ਹੋਊਗਾ, ਆਇਆ ਨਹੀਂ, ਇਹ ਉਹ। ਇੱਥੋਂ ਤੱਕ ਜੀ ਮੇਰੇ ਮਦਰ ਮੈਨੂੰ ਖੁਦ ਸਵੇਰੇ ਉੱਠ ਕੇ ਫੀਮ ਕਈ ਵਾਰੀ ਦਿੱਤੀ ਉਹਨਾਂ ਨੇ, ਜਦੋਂ ਉਹਨਾਂ ਨੂੰ ਲੱਗਣਾ ਕਿ ਇਹ ਉੱਠਿਆ ਨਹੀਂ, ਉਹਨਾਂ ਨੇ ਸਿਰਫ ਮੈਨੂੰ ਜਿਉਂਦਾ ਜਾਂ ਮਰਿਆ ਚੈੱਕ ਕਰਨ ਵਾਸਤੇ ਸਵੇਰੇ ਮੇਰੇ ਲਈ ਫੀਮ ਲੈ ਕੇ ਜਾਣੀ ਕਿ ਆਹ ਖਾ ਲਾ, ਤੇਰਾ ਇਸ ਤੋਂ ਬਾਅਦ ਤੈਨੂੰ ਨਹੀਂ ਤਾਂ ਤੋੜ ਵੱਜੂਗੀ। ਅਸੀਂ ਜਦੋਂ ਮੈਂ ਕਾਫੀ ਲੋਕਾਂ ਨਾਲ ਗੱਲਬਾਤ ਕਰ ਰਿਹਾ ਜਿਹੜੇ ਮੁੜ ਆਏ ਵਾਪਸ, ਜਿਨ੍ਹਾਂ ਨੇ ਨਵਾਂ ਜਨਮ ਹੁਣ ਉਹਦਾ ਤਜਰਬਾ ਕਰਨਾ ਸ਼ੁਰੂ ਕੀਤਾ, ਉਹਦੇ 'ਚ ਜਗਰੂਪ ਸੀਗਾ। ਜਗਰੂਪ ਨੇ ਦੱਸਿਆ ਕਿ ਜੋ ਉਹਨਾਂ ਦੀ ਪਤਨੀ ਸੀ, ਜੋ ਉਹਨਾਂ ਦੀ ਹਮਸਫਰ ਸੀ, ਉਹਨਾਂ ਨੂੰ ਛੱਡ ਕੇ ਚਲ ਗਈ ਔਰ ਉਹਨਾਂ ਨੇ ਕਿਹਾ ਕਿ ਮੇਰੇ ਘਰ ਦੇ ਤਾਂ ਮੇਰਾ ਦੂਜਾ ਵਿਆਹ ਕਰਾ ਦੇਣਗੇ, ਬੱਚੇ ਤੇ ਤੂੰ ਰੁਲ ਜਾਣਾ। ਕੋਈ ਇਹੋ ਜਿਹਾ ਪੁਆਇੰਟ ਇੱਥੇ ਆਇਆ ਲਾਈਫ ਦੇ ਵਿੱਚ ਕਿ ਜਿੱਥੇ ਤੁਹਾਡਾ ਘਰ ਟੁੱਟਣ ਵਾਲਾ ਸੀਗਾ, ਤੁਹਾਡਾ ਹਮਸਫਰ ਤੁਹਾਡੇ ਤੋਂ ਦੂਰ ਹੋਣ ਵਾਲਾ ਸੀ? ਹਾਂਜੀ ਆਇਆ ਜੀ, ਇੱਕ ਵਾਰੀ ਨਹੀਂ ਜੀ। ਮੈਨੂੰ ਉਸ ਪਰਿਵਾਰ ਦਾ, ਸਹੁਰਾ ਪਰਿਵਾਰ ਦਾ ਵੀ ਮੈਂ ਧੰਨਵਾਦ ਕਰੂੰਗਾ ਜੀ, ਜਿਨ੍ਹਾਂ ਨੇ ਮੈਨੂੰ 3 ਚਾਂਸ ਦਿੱਤੇ ਕਿ ਹੁਣ ਠੀਕ ਹੁੰਦੇ ਆ, ਹੁਣ ਠੀਕ ਹੁੰਦੇ ਆ, ਲੜ ਕੇ ਆ ਜਾਣਾ। ਲੜ ਕੇ ਕਿਉਂ ਆ ਹੁਣ ਅੱਜ ਪਤਾ ਲੱਗਦਾ ਕਿ ਉਹ ਲੜ ਕੇ ਕਿਉਂ, ਉਸ ਟਾਈਮ ਮੈਨੂੰ ਭੈੜੀ ਲੱਗਦੀ ਸੀ ਉਹ ਕਿ ਲੜ ਕੇ ਜਾਂਦੀ ਆ, ਪਰ ਅੱਜ ਉਹ ਮੈਨੂੰ ਟਾਈਮ ਸੋਚ ਕੇ ਨਾ ਮਤਲਬ ਸਮਝ ਆਉਂਦੀ ਆ ਕਿ ਉਹ ਮੈਨੂੰ ਸੁਧਾਰਨ ਵਾਸਤੇ ਹੀ ਆਪਦੇ ਪੇਕੇ ਘਰ ਜਾ ਕੇ ਬਹਿੰਦੀ ਸੀਗੀ। ਮੈਂ ਆਪਦੇ ਕੋਈ ਰਿਸ਼ਤੇਦਾਰਾਂ ਨੂੰ ਲੈ ਕੇ ਉੱਥੇ ਜਾ ਕੇ ਸੌਰੀ ਫੀਲ ਕਰਕੇ ਉਹਨੂੰ ਘਰੇ ਲੈ ਕੇ ਆਉਣਾ, ਪਰ ਮੈਂ ਮਜਬੂਰ ਸੀ ਉਸ ਟਾਈਮ। ਉੱਥੇ ਤਾਂ ਮੈਂ ਕਹਿ ਹੁੰਦਾ ਸੀਗਾ ਕਿ ਮੈਂ ਨਸ਼ਾ ਨਹੀਂ ਕਰਦਾ, ਪਰ ਜਦੋਂ ਘਰੇ ਆ ਕੇ ਤੋੜ ਵੱਜਣੀ ਮੈਂ ਫਿਰ ਭੱਜਣਾ। ਹੁਣ ਠੀਕ ਹੈ, ਜ਼ਿੰਦਗੀ ਸਹੀ ਚੱਲ ਰਹੀ ਹੈ? ਬਹੁਤ ਵਧੀਆ ਜੀ। ਹੁਣ ਤੁਹਾਡੀ ਜਦੋਂ ਤੁਹਾਨੂੰ ਮੈਂ ਫੋਨ ਕਰਦਾ ਹੈਗਾ, ਇੱਕ ਸ਼ਬਦ ਚੱਲਦਾ ਹੈ, ਇਹ ਪਹਿਲਾਂ ਸੀਗਾ ਇਦਾਂ ਦਾ ਕਿ ਹੁਣ ਜਦੋਂ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ, ਸ਼ੁਰੂਆਤ ਹੋਈ, ਉਸ ਤੋਂ ਬਾਅਦ ਹੋਇਆ ਧਾਰਮਿਕ ਫੇਰ ਬਣੇ ਹੋ ਜਾ ਕੇ ਕਿਤੇ? ਨਹੀਂ ਜੀ, ਧਾਰਮਿਕ ਤਾਂ ਮੰਨ ਕੇ ਚੱਲੋ ਹੁਣ ਬਣਿਆ ਮੈਂ। ਜਦੋਂ ਰਿਕਵਰੀ ਆਪਾਂ ਕਲੀਨ ਟਾਈਮ ਕਹਿ ਸਕਦੇ ਹਾਂ, ਉਦੋਂ ਮੈਂ ਧਾਰਮਿਕ ਹੋਇਆ। ਪਹਿਲਾਂ ਤਾਂ ਜੀ ਰੋਟੀ ਦਾ ਨਹੀਂ ਸੀ ਪਤਾ ਹੁੰਦਾ, ਕੋਈ ਸਵਾਦ ਦਾ ਨਹੀਂ ਸੀ ਪਤਾ ਹੁੰਦਾ, ਕੋਈ ਲੂਣ ਦਾ ਨਹੀਂ ਪਤਾ, ਕੋਈ ਮਿਰਚ ਦਾ ਨਹੀਂ ਪਤਾ। ਜੇ ਆਪਾਂ ਰੋਟੀ ਖਾਣ ਲੱਗੇ ਆ ਤੇ ਇੱਕ ਪੋਜੀਸ਼ਨ ਐਸੀ ਆ ਗਈ ਸੀ, ਮੈਂ ਮੰਜੇ ਤੇ ਥੱਲੇ ਬੁਰਕੀਆਂ ਲਾ ਲਾ ਕੇ ਰੋਟੀ ਖਾਧੀ ਵੀ ਹੈ। ਜਦੋਂ ਟੇਸਟ ਦਾ ਹੀ ਨਹੀਂ ਪਤਾ ਤੇ ਧਾਰਮਿਕ ਆਪਾਂ ਉਸ ਟਾਈਮ ਤੇ ਕਦੋਂ ਹੋ ਜਾਾਂਗੇ? ਧਾਰਮਿਕ ਤਾਂ ਉਦੋਂ ਹੋਵਾਂਗੇ ਜਦੋਂ ਮਹਾਰਾਜ ਸਤ ਬੁੱਧੀ ਦਊਗਾ ਜੀ। ਸੋ ਇਹ ਗਗਨਦੀਪ ਸਿੰਘ ਆ, ਗਗਨ ਜੈਲਦਾਰ ਵੀ ਕਹਿੰਦੇ ਆ, ਔਰ ਗਗਨ ਨੇ ਕਿਸ ਤਰੀਕੇ ਦੇ ਨਾਲ ਉਹ ਬੁਰਾ ਵਕਤ ਹੰਡਾਇਆ, ਗਗਨ ਨੇ ਖੁਦ ਕੈਮਰੇ ਤੇ ਬਿਆਨ ਕੀਤਾ। ਕਈ ਵਾਰ ਸਮਾਜ ਇਹਨਾਂ ਲੋਕਾਂ ਨੂੰ ਜੋ ਹੁੰਦਾ ਉਹ ਜਰ ਨਹੀਂ ਪਾਉਂਦਾ, ਜਾਂ ਸਮਾਜ ਟੌਂਟ ਕਰਦਾ ਜਾਂ ਤੰਜ ਕਰਦਾ ਜਾਂ ਟਿੱਪਣੀਆਂ ਕਰਦਾ, ਲੇਕਿਨ ਇਹ ਉਹ ਲੋਕ ਨੇ, ਇਹ ਉਹ ਕਹਿ ਲਓ ਕਿ ਯੋਧੇ ਨੇ ਜਿਹੜੇ ਵਾਪਸ ਆ ਗਏ, ਜਿਨ੍ਹਾਂ ਨੇ ਸੋਚਿਆ ਕਿ ਨਹੀਂ ਜ਼ਿੰਦਗੀ ਇਹ ਨਹੀਂ ਹੈਗੀ ਹੈ। ਨਹੀਂ ਤਾਂ ਸਵੇਰੇ ਅਖਬਾਰਾਂ ਦੇ ਵਿੱਚ ਤਾਂ ਖਬਰਾਂ ਮਿਲ ਹੀ ਜਾਂਦੀਆਂ ਨੇ ਕਿ ਕੋਈ ਓਵਰਡੋਜ਼ ਦੇ ਨਾਲ ਸੜਕ 'ਤੇ ਮਰਿਆ ਹੋਇਆ ਮਿਲਿਆ। ਇਹ ਗਗਨ ਹੈ, ਗਗਨ ਦੀ ਜ਼ਿੰਦਗੀ ਤੋਂ ਸਿੱਖਣ ਨੂੰ ਬੜਾ ਕੁਛ ਮਿਲਦਾ ਹੈਗਾ। ਕੋਈ ਵੀ ਜੋ ਟਾਈਮ ਹੁੰਦਾ ਉਹ ਇਹ ਨਹੀਂ ਕਿਹਾ ਜਾ ਸਕਦਾ ਕਿ ਦੇਰ ਹੋ ਗਈ ਹੈ, ਦੇਰ ਨਹੀਂ ਹੁੰਦੀ ਹੈ। ਜ਼ਿੰਦਗੀ ਦਾ ਕੋਈ ਵੀ ਪੁਆਇੰਟ ਹੋਵੇ, ਉਹ ਜ਼ਿੰਦਗੀ ਦੇ ਪੁਆਇੰਟ ਦੇ ਉੱਤੇ ਤੁਸੀਂ ਵਾਪਸ ਜੇ ਆਉਣ ਦਾ ਫੈਸਲਾ ਕਰ ਲਿਆ ਅਤੇ ਉਹ ਵੱਡਾ ਫੈਸਲਾ ਹੈ। ਉਸ ਫੈਸਲੇ ਦੇ ਨਾਲ ਜੇ ਤੁਸੀਂ ਨਾਲ ਤੁਰੋਗੇ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਹੈ। ਗਗਨ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ। ਕੈਮਰੇ ਤੇ ਸਾਥ ਦੇ ਰਹੇ ਸੀਗੇ ਬਿੰਤੇਸ਼, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।